ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਸੋ ਅੱਜ ਦੇ ਸ਼ੋਅ ਦੇ ਵਿੱਚ ਕੈਨੇਡਾ ਦੇ ਵੀਜ਼ੇ ਦੀ ਗੱਲ ਕਰਾਂਗੇ। ਨਾ ਸਿਰਫ ਵੀਜ਼ੇ ਦੀ ਬਲਕਿ ਪ੍ਰੋਫਾਈਲ ਦੀ। ਵੀਜ਼ੇ ਤੇ ਪ੍ਰੋਫਾਈਲ ਦਾ ਪ੍ਰੈਜ਼ੈਂਟਲੀ ਕਿਸ ਤਰੀਕੇ ਦਾ ਕਨੈਕਸ਼ਨ ਚੱਲ ਰਿਹਾ, ਕਿੱਦਾਂ ਦੇ ਪ੍ਰੋਫਾਈਲਸ ਨੂੰ ਕੈਨੇਡਾ ਵੀਜ਼ੇ ਦੇ ਰਿਹਾ, ਕੀ ਕੋਈ ਸੈੱਟ ਪੈਟਰਨ, ਕੋਈ ਸੈੱਟ ਟ੍ਰੈਂਡ ਇਸ ਵੇਲੇ ਐਗਜ਼ਿਸਟ ਕਰਦਾ ਹੈ। ਸੋ ਸ਼ੋਅ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਈ ਬਹੁਤ ਇੰਪੋਰਟੈਂਟ ਫੈਕਟਸ ਤੁਹਾਡੀ ਸਮਝ ਦੇ ਵਿੱਚ ਆਉਣਗੇ। ਅੱਜ ਦੇ ਸਾਡੇ ਗੈਸਟ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕੰਵਲ। ਸਵਾਗਤ ਹੈ। ਥੈਂਕ ਯੂ ਦੀਪਕ ਜੀ। ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸੋ ਕੈਨੇਡਾ ਦੇ ਅੰਦਰ ਪ੍ਰੈਜ਼ੈਂਟਲੀ ਪ੍ਰੋਫਾਈਲ ਵਰਸਿਸ ਵੀਜ਼ਾ ਜਾਂ ਵੀਜ਼ਾ ਵਰਸਿਸ ਪ੍ਰੋਫਾਈਲ ਬਹੁਤ ਇੰਪੋਰਟੈਂਟ ਇਸ਼ੂ ਹੋ ਚੁੱਕਾ ਹੈ। ਬਹੁਤ ਸਾਰੇ ਬੱਚੇ ਕੈਨੇਡਾ ਫਾਈਲ ਸਿਰਫ ਇਸ ਲਈ ਲਾ ਰਹੇ ਨੇ ਕਿਉਂਕਿ ਉਹਨਾਂ ਦੇ ਆਈਲੈਟਸ 6C 'ਚ ਆ ਚੁੱਕਾ ਹੈ ਔਰ ਉਹਨਾਂ ਦਾ ਅਕੈਡਮਿਕ ਵੀਕ ਹੈ। ਔਰ ਬਹੁਤ ਸਾਰੇ ਇਸ ਭਰਮ 'ਚ ਲਾ ਰਹੇ ਨੇ ਕਿ ਮੇਰਾ ਅਕੈਡਮਿਕ ਸਟਰੋਂਗ ਹੈ ਤਾਂ ਮੈਂ ਟੋਇਫਲ ਨਾਲ ਲਾ ਲਾਂ, ਮੈਂ ਆਇਲਸ 1.5 ਨਾਲ ਲਾ ਲਾਂ ਜਾਂ ਮੈਂ PT ਦੇ ਨਾਲ ਲਾ ਲਾਂ। ਸੋ ਕਿੱਥੇ ਵੀਜ਼ਾ ਆ ਐਕਚੁਅਲੀ। ਸੋ ਤੁਹਾਨੂੰ ਉਹ ਵੀਜ਼ੇ ਵਾਲੀ ਸਿਚੁਏਸ਼ਨ ਹਜੇ ਵੀ ਬਹੁਤੇ ਬੱਚਿਆਂ ਨੂੰ ਸਮਝ ਨਹੀਂ ਆ ਰਹੀ। 90% ਸਟੂਡੈਂਟ ਨੂੰ ਇਹ ਜ਼ਰੂਰ ਸਮਝ ਆ ਚੁੱਕੀ ਹੈ ਕਿ ਜਿਹੜੇ ਵੀਜ਼ੇ ਦਾ ਸਕਸੈਸ ਰੇਟ ਆ ਉਹ SDS ਕੇਸ 'ਚ ਹੈ। ਔਰ ਜਦੋਂ ਉਹਨਾਂ ਦੇ ਦਿਮਾਗ 'ਚ SDS ਆਉਂਦਾ ਤੇ ਉਹਨਾਂ ਦੇ ਦਿਮਾਗ 'ਚ ਸਿਰਫ ਆਈਲੈਟਸ ਦਾ 6C 'ਚ ਹੋਣਾ ਹੀ ਹੁੰਦਾ, ਉਸ ਤੋਂ ਉੱਪਰ ਉਹਨਾਂ ਦੇ ਮਾਈਂਡ ਦੇ ਵਿੱਚ ਕੁਝ ਨਹੀਂ ਹੁੰਦਾ। ਹੁਣ ਜਿਹੜਾ ਵੀਜ਼ਾ ਆ ਰਿਹਾ ਦੂਸਰੇ ਪਾਸੇ ਉਹ ਕੱਲਾ SDS ਨਹੀਂ ਆ। SDS ਕੋਈ ਅਚੀਵਮੈਂਟ ਨਹੀਂ ਗੀ, ਉਹ ਐਮਬੈਸੀ ਨੇ ਬੇਸਿਕ ਰਿਕੁਆਇਰਮੈਂਟ ਬਣਾਤੀ ਹੈ ਕਿ ਘੱਟੋ ਘੱਟ ਤੁਹਾਡੇ ਆ ਕੇਸ 'ਚ ਹੋਣਾ ਚਾਹੀਦਾ। ਸੋ 6C ਇਜ਼ ਲਾਈਕ ਅ ਮਿਨੀਮਮ ਰਿਕੁਆਇਰਮੈਂਟ। ਉਸ ਤੋਂ ਇਲਾਵਾ ਹੁਣ ਵੀਜ਼ਾ ਜਿਹੜਾ ਡਿਸਾਈਡ ਹੋ ਰਿਹਾ ਉਹ ਹੋ ਰਿਹਾ ਤੁਹਾਡੇ ਅਕੈਡਮਿਕਸ ਦੇ ਉੱਤੇ। ਜਿਹੜਾ ਅੱਜ ਦੀ ਰੇਟ 'ਚ ਵੀਜ਼ਾ ਰਿਫਿਊਜ਼ ਹੋ ਰਿਹਾ ਉਹ 90% ਉਹਦੇ 'ਚੋਂ ਸਟੂਡੈਂਟ SDS ਹੀ ਹੈ। 6C ਚਲਾ ਸਟੂਡੈਂਟਸ ਕਰ ਕੀ ਸਕਦੇ ਜਿਹੜੇ 6 ਮਹੀਨੇ ਸਰ ਆਪਾਂ ਨਹੀਂ ਕਰ ਸਕਦੇ, ਪਰ ਜਦੋਂ ਆਪਾਂ ਨਹੀਂ ਕਰ ਸਕਦੇ ਤੇ ਆਪਾਂ ਨੂੰ ਆਹ ਪਤਾ ਹੋਣਾ ਚਾਹੀਦਾ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ। ਠੀਕ ਹੈ ਜੀ। ਸੋ ਉਹੀ ਮੈਂ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਇਸ ਟਾਈਮ ਜਿਹੜੇ ਵੀਜ਼ਾਸ ਰਿਫਿਊਜ਼ ਹੋ ਰਹੇ ਹੋਣਗੇ ਉਹ 90% ਵੀਜ਼ਾਸ ਉਹੀ ਨੇ ਜਿਹੜੇ SDS ਕੇਸ ਨੇ। ਬਹੁਤ ਘੱਟ ਉਹਦੇ 'ਚ ਫਾਈਲਾਂ ਹੀ PT ਵਾਲੀਆਂ ਘੱਟ ਲੱਗਦੀਆਂ ਨੇ ਅੱਜ ਦੀ ਡੇਟ ਦੇ ਵਿੱਚ। ਸੋ PT ਨੂੰ 10% ਨੂੰ ਮੈਂ ਸਾਈਡ ਤੇ ਛੱਡ ਦਿੰਦਾ। 90% ਸਟੂਡੈਂਟ ਜਿਹੜਾ ਰਿਫਿਊਜ਼ ਹੋ ਰਿਹਾ ਦੋਸਤੋ ਉਹ SDS ਹੀ ਹੋ ਰਿਹਾ। ਲੇਕਿਨ ਰਿਫਿਊਜ਼ ਕਿਹੜੇ ਬੇਸ ਤੇ ਹੋ ਰਿਹਾ? ਰਿਫਿਊਜ਼ ਹੋ ਰਿਹਾ ਅਕੈਡਮਿਕਸ ਦੇ ਬੇਸ ਦੇ ਉੱਤੇ, ਕਿਉਂਕਿ ਹੁਣ ਜਿਹੜੀ ਤੁਹਾਡੇ ਤੇ ਉਹਨਾਂ ਦੀ ਨਜ਼ਰ ਹੈ ਉਹ ਤੁਹਾਡੀ ਪੜ੍ਹਾਈ ਦੇ ਉੱਤੇ ਹੈ। SDS ਤਾਂ ਉਹਨਾਂ ਨੇ ਕਲੀਅਰ ਕਰਤਾ, ਇੱਕ ਸਾਈਡ ਤੇ ਕਰਤਾ। ਤੁਸੀਂ 5.5 ਤੇ ਫਾਈਲ ਲਾਓ, 15 ਦਿਨਾਂ 'ਚ ਤੁਹਾਨੂੰ ਰਿਫਿਊਜ਼ਲ ਆਉਂਦਾ। ਉਹਨਾਂ ਦੇ ਸਿਸਟਮ 'ਚ ਹੀ ਫਿੱਟ ਹੈ ਕਿ ਇੱਕ 'ਚੋਂ 5.5 ਵਾਲਾ ਚੱਕਣਾ ਹੀ ਨਹੀਂ ਹੈ। ਸੋ ਹੁਣ ਜਿਹੜਾ ਤੁਹਾਡੀ ਸਟੋਰੀ ਰਹਿ ਗਈ ਉਹ ਤੁਹਾਡੇ ਅਕੈਡਮਿਕ ਤੇ ਚੱਲ ਰਹੀ ਹੈ। ਜਿਹੜੀ ਅਸੈਸਮੈਂਟ ਹੋ ਰਹੀ ਹੈ, ਜਿਹੜਾ ਵੀਜ਼ਾ ਆਫੀਸਰ ਤੁਹਾਡੇ ਪ੍ਰੋਫਾਈਲ ਨੂੰ ਦੇਖ ਰਿਹਾ ਉਹ ਤੁਹਾਡੇ ਅਕੈਡਮਿਕਸ ਔਰ ਤੁਹਾਡੇ ਗੈਪ ਔਰ ਤੁਹਾਡੇ ਐਕਸਪੀਰੀਅੰਸਿਸ ਇਹਨਾਂ ਦੇ ਉੱਤੇ ਕਾਊਂਟ ਕਰ ਰਿਹਾ ਤੁਹਾਡੇ ਵੀਜ਼ੇ ਨੂੰ। ਸੋ ਉਹਦੇ ਵਿੱਚ ਹੁਣ ਜਿਹੜੀਆਂ ਚੀਜ਼ਾਂ ਇੰਪੋਰਟੈਂਟ ਹੋ ਗਈਆਂ ਨੇ 10+2 ਦੇ ਸਟੂਡੈਂਟ ਦੇ ਲਈ ਹਰ ਸਬਜੈਕਟ ਦਾ ਸਕੋਰ 60 ਹੋਣਾ ਬਹੁਤ ਜ਼ਰੂਰੀ ਹੋ ਚੁੱਕਾ ਹੈ। ਕੋਈ ਇੱਕਾ ਦੁੱਕਾ ਮੇਨ ਕੋਰਸ ਵਾਲੇ ਸਬਜੈਕਟ 'ਚੋਂ ਤੁਸੀਂ 56 ਤੇ ਹੋ, 57 ਤੇ ਹੋ, 58 ਤੇ ਹੋ, ਤੁਹਾਨੂੰ ਸ਼ਾਇਦ ਕਿਤੇ ਕੰਸੀਡਰ ਕਰ ਲੇ, ਬਟ ਅਦਰਵਾਈਜ਼ ਉਹ ਕੰਸੀਡਰ ਨਹੀਂ ਕਰ ਰਿਹਾ। ਸੇਮ ਸਾਈਜ਼ ਤੇ ਅਗਰ ਆਪਾਂ ਗ੍ਰੈਜੂਏਟ ਵਾਲੇ ਬੱਚਿਆਂ ਨੂੰ ਦੇਖਦੇ ਹਾਂ ਤੇ ਜਿਨ੍ਹਾਂ ਦੇ 7-8 ਬੈਕਲੌਗਸ ਨੇ ਦੇ ਆਰ ਗੈਟਿੰਗ ਇਨਟੂ ਦਾ ਟਰਬਲ। ਜਿਨ੍ਹਾਂ ਦੀਆਂ ਡਿਗਰੀਜ਼ ਐਕਸਟੈਂਡਡ ਨੇ ਦੇ ਆਰ ਗੈਟਿੰਗ ਇਨਟੂ ਅ ਟਰਬਲਸ। ਜਿਹੜੇ +2 ਸਟੂਡੈਂਟ ਨੇ ਔਰ ਗੈਪ 3-3 4-4 ਸਾਲ ਦੇ ਨੇ ਦੇ ਆਰ ਗੈਟਿੰਗ ਇਨਟੂ ਅ ਟਰਬਲਸ। ਸੋ ਆਪਣੇ ਪ੍ਰੋਫਾਈਲਸ ਨੂੰ ਲੈ ਕੇ ਤੁਹਾਨੂੰ ਸਮਝਣਾ ਪਊਗਾ ਕੈਨੇਡਾ ਦਾ ਏਜੰਟ ਇਸ ਟਾਈਮ ਕੀ ਕਰ ਰਿਹਾ। ਮਾਰਕੀਟ ਦੇ ਵਿੱਚ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਤੁਸੀਂ ਏਜੰਟਸ ਨੂੰ ਟੈਗ ਲਾਤੇ ਹੋਏ ਹੈ। ਇਹ ਏਜੰਟ USA ਹੀ ਕਰਦਾ ਹੈ, ਇਹ UK ਹੀ ਕਰਦਾ ਹੈ, ਇਹ ਕੈਨੇਡਾ ਹੀ ਕਰਦਾ ਹੈ, ਇਹ ਇਕੱਲਾ ਆਸਟ੍ਰੇਲੀਆ ਹੀ ਕਰਦਾ ਹੈ। ਔਰ ਤੁਸੀਂ ਸਿੱਧਾ ਕੈਨੇਡਾ ਦਾ ਕੇਸ ਹੈ ਕੈਨੇਡਾ ਵਾਲੇ ਕੋਲ ਪਹੁੰਚ ਜਾਂਦੇ ਹੋ। ਹੁਣ ਹੁੰਦਾ ਕੀ ਹੈ, ਕੈਨੇਡਾ ਵਾਲਾ ਰੋਟੀ ਕੈਨੇਡਾ ਤੋਂ ਖਾਂਦਾ, ਉਹ ਉਹਦੇ 'ਚ ਚੱਜ ਦੇ ਪ੍ਰੋਫਾਈਲ ਤੇ ਲਾਏਗਾ ਹੀ ਲਾਏਗਾ। ਉਹ ਆ ਰਿਹਾ ਉਹ ਮਾੜੇ ਵੀ ਨਹੀਂ ਛੱਡੇਗਾ। ਉਹਨੂੰ ਲੱਗਦਾ ਯਾਰ ਲੋਟਰੀ ਵਾਂਗੂ ਜਿਹੜੇ 100 'ਚੋਂ 10 ਆ ਗਏ ਆਪਾਂ ਨੂੰ ਕੁਛ ਤਾਂ ਮਿਲੂਗਾ। ਸੋ ਯੂ ਆਰ ਗੈਟਿੰਗ ਇਨਟੂ ਦੈਟ ਫੇਸ, ਯੂ ਨਾਟ ਗੈਟਿੰਗ ਇਨਟੂ ਅ ਕੰਸਲਟੈਂਟ ਜਿਹੜਾ ਮਲਟੀਪਲ ਕੰਟਰੀਜ਼ 'ਚ ਕੰਮ ਕਰਦਾ ਹੈ। ਔਰ ਉਹ ਕਿਉਂ ਕਰਦਾ ਹੈ ਮਲਟੀਪਲ ਕੰਟਰੀਜ਼ 'ਚ? ਬਿਕੋਜ਼ ਉਹ ਚੰਗੇ ਪ੍ਰੋਫਾਈਲਸ ਤੇ ਕੰਮ ਕਰਨਾ ਚਾਹੁੰਦਾ ਹੈ। ਉਹ ਬੱਚਿਆਂ ਨੂੰ ਸਹੀ ਗਾਈਡ ਕਰਨਾ ਚਾਹੁੰਦਾ ਹੈ ਕਿ ਤੁਹਾਡਾ ਵੀਜ਼ਾ ਕਿੱਥੇ ਆ ਸਕਦਾ ਹੈ ਤੁਹਾਡੇ ਪ੍ਰੋਫਾਈਲ ਦੇ ਅਕੋਰਡਿੰਗ, ਔਰ ਉਹ ਡੈਸਟੀਨੇਸ਼ਨ ਨੂੰ ਚੂਜ਼ ਕਰੋ। ਸੋ ਬੱਚਿਆਂ ਨੂੰ ਵੀ ਤੁਹਾਨੂੰ ਲੱਗਦਾ ਥੋੜਾ ਜਿਹਾ ਫਲੈਕਸੀਬਲ ਮਾਈਂਡ ਹੋ ਕੇ ਜਾਣਾ ਡੈਫੀਨੇਟਲੀ ਕੈਨੇਡਾ ਦੇ ਬੱਚਿਆਂ ਨੂੰ ਬਹੁਤ ਜ਼ਿਆਦਾ ਫਲੈਕਸੀਬਲ ਮਾਈਂਡ ਬਣਾਉਣਾ ਪਊਗਾ, ਨਹੀਂ ਤੇ ਐਮਬੈਸੀ ਜ਼ਬਰਦਸਤੀ ਬਣਵਾ ਰਹੀ ਹੈ ਤੁਹਾਡੇ ਕੋਲੋਂ ਰਿਫਿਊਜ਼ਲ ਦੇ ਕੇ। ਸੋ ਉਹ ਤੁਸੀਂ 3-4-6 ਮਹੀਨੇ ਦਾ ਸਮਾਂ ਵੀ ਖਰਾਬ ਕਰਦੇ ਹੋ, ਲੱਖ ਰੁਪਈਆ ਵੀ ਆਪਣਾ ਖਰਾਬ ਕਰਦੇ ਹੋ। ਫਿਰ ਉਸ ਤੋਂ ਬਾਅਦ ਤੁਹਾਨੂੰ ਸਮਝ ਆਉਂਦੀ ਹੈ ਚੱਲ ਯਾਰ ਆਸਟ੍ਰੇਲੀਆ ਕਰ ਲੈਂਦੇ ਹਾਂ, ਚਲੋ ਕੈਨੇਡਾ UK ਕਰ ਲੈਂਦੇ ਹਾਂ, UK ਤੋਂ ਆਪਾਂ ਕੈਨੇਡਾ ਜਾ ਸਕਦੇ ਹਾਂ। ਬਿਲਕੁਲ ਤੁਸੀਂ UK ਆਸਟ੍ਰੇਲੀਆ ਕਿਤੋਂ ਵੀ ਕੈਨੇਡਾ ਜਾ ਸਕਦੇ ਹੋ ਅਗਰ ਇੱਕ ਅੱਛੀ ਐਜੂਕੇਸ਼ਨ ਆਪਣੇ
ਫਿਊਚਰ ਨੂੰ ਲੈ ਕੇ ਤੁਸੀਂ ਉੱਥੇ ਕੰਪਲੀਟ ਕਰ ਲੈਂਦੇ ਹੋ। ਤੁਸੀਂ ਇੱਥੇ +2 ਹੋ, ਕਿਸੇ ਇੱਕ ਸਬਜੈਕਟ 'ਚ ਤੁਹਾਡੇ ਨੰਬਰ ਘੱਟ ਰਹਿ ਗਏ, 2 'ਚ ਘੱਟ ਰਹਿ ਗਏ, ਤੁਹਾਨੂੰ ਪਤਾ ਹੈ ਰਿਫਿਊਜ਼ਲ ਆਉਣਾ ਹੀ ਆ, ਰਿਫਿਊਜ਼ਲ ਆ ਚੁੱਕਾ ਹੈ, ਤਾਂ ਵਾਈ ਨਾਟ ਟੂ ਆਪਟ ਫॉर ਅ ਡੈਸਟੀਨੇਸ਼ਨ ਜਿਹੜਾ ਤੁਹਾਨੂੰ ਅਸੈਪਟ ਕਰ ਰਿਹਾ। ਜਦੋਂ ਤੁਸੀਂ ਉੱਥੋਂ ਕੁਆਲੀਫਿਕੇਸ਼ਨ ਕਰੋਗੇ ਉਹਦੇ ਕੰਪੈਰੀਟਿਵਲੀ ਜਿਹੜੀ ਇੰਡੀਆ 'ਚ ਕਰੋਗੇ, ਜ਼ਮੀਨ ਅਸਮਾਨ ਦਾ ਫਰਕ ਹੈ। ਯੂਕੇ ਦੀ ਕਿਸੇ ਰਿਪਿਊਟਡ ਯੂਨੀਵਰਸਿਟੀ ਤੋਂ ਪੜ੍ਹੇ ਹੋ ਜਾਂ ਇੱਥੇ ਦੇ ਕਿਸੇ ਲੋਕਲ ਕਾਲਜ ਤੋਂ ਪੜ੍ਹੇ ਹੋ, ਤਾਂ ਉਹਦੇ ਉੱਤੇ ਜਦੋਂ ਮਾਸਟਰਸ ਪ੍ਰੋਗਰਾਮ ਲਈ ਆਪਣੇ ਵੀਜ਼ਾ ਲੈਣ ਜਾਣਾ ਹੈ ਤਾਂ ਉਹਦੇ 'ਚ ਫਰਕ ਤਾਂ ਆਉਣਾ ਹੀ ਆਉਣਾ ਹੈ, ਇਹ ਤਾਂ ਓਬਵੀਅਸ ਹੈ। ਸੋ ਤੁਹਾਨੂੰ ਉਹ ਰਸਤਾ ਹੁਣ ਅਪਣਾਉਣਾ ਪਊਗਾ ਕਿ ਵੈਸੇ ਤਾਂ ਮੋਸਟ ਲਾਈਕਲੀ ਯੂਕੇ ਔਰ ਆਸਟ੍ਰੇਲੀਆ ਖੁਦ ਬਹੁਤ ਵੈਲਕਮਿੰਗ ਹੈ, ਤੁਹਾਨੂੰ ਕਦੀ ਉੱਥੋਂ ਮੂਵ ਹੋਣ ਦੀ ਲੋੜ ਨਹੀਂ ਪੈਣੀ, ਬਟ ਸਟਿਲ ਅਗਰ ਤੁਹਾਡਾ ਅਲਟੀਮੇਟ ਡੈਸਟੀਨੇਸ਼ਨ ਕੈਨੇਡਾ ਹੀ ਹੈ ਦੈਨ ਤੁਹਾਨੂੰ ਆਹ ਰਸਤਾ ਵੀ ਦੇਖਣਾ ਚਾਹੀਦਾ ਹੈ, ਨਾ ਕਿ ਸਿਰਫ ਕੈਨੇਡਾ 'ਚ ਫਾਈਲ ਲਾ ਕੇ ਲੱਖ 1.5 ਲੱਖ ਖਰਾਬ ਕਰਕੇ 6 ਮਹੀਨੇ ਖਰਾਬ ਕਰਕੇ ਉਸ ਤੋਂ ਬਾਅਦ ਇੱਧਰ ਨੂੰ ਚੱਲੋ। ਸੋ ਆਪਣੇ ਪ੍ਰੋਫਾਈਲ ਨੂੰ ਪਹਿਲਾਂ ਸਮਝੋ ਔਰ ਉਹਦੇ ਉੱਤੇ ਵੀਜ਼ਾ ਆਉਣਾ ਆ, ਕੱਲਾ ਫਾਈਲਾਂ ਲਾਉਣ ਨਾਲ ਵੀਜ਼ਾ ਨਹੀਂ ਆਉਣਾ। ਸੋ ਇੱਕ ਬਹੁਤ ਵਧੀਆ ਆਪਸ਼ਨ ਹੈ ਸਟੂਡੈਂਟਸ ਤੁਹਾਡੇ ਵਾਸਤੇ, ਇਹਨੂੰ ਡਿਟੇਲ 'ਚ ਜ਼ਰੂਰ ਸਟੱਡੀ ਕਰੋ ਤੇ ਜੇ ਐਕਸਪਰਟ ਦੀ ਸਲਾਹ ਲੈਣਾ ਚਾਹੁੰਦੇ ਹੋ ਤਾਂ ਬ੍ਰੌਡਵੇ ਦੀ ਟੀਮ ਨੂੰ ਮਿਲ ਵੀ ਸਕਦੇ ਹੋ। ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ। ਧੰਨਵਾਦ। ਥੈਂਕ ਯੂ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।